ਰਾਜਨੀਤਿਕ ਲੀਡਰ ਪਰਿਵਾਰਵਾਦੀ ਨਾ ਹੁੰਦੇ, ਨਿੱਜਵਾਦੀ ਨਾ ਹੁੰਦੇ, ਖੁਦਗਰਦ ਨਾ ਹੁੰਦੇ, ਅੱਜ ਆ ਦਿਨ ਨਹੀਂ ਸੀ ਆਉਣਾ। ਓਏ ਇਹਨਾਂ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ ਕਹਿਣ ਵਾਲਿਓ, ਤੁਹਾਡੀਆਂ 7-7 ਪੁਸ਼ਤਾਂ ਦੀਆਂ ਜੀਭਾਂ ਤੇ ਕੀੜੇ ਪੈਣਗੇ। ਧਰਤੀ ਤੋਂ ਧਰੂ ਤਾਰੇ ਜਿੱਡਾ ਜੇ ਕੋਈ ਗੱਪ ਹੈ ਦੁਨੀਆ ਤੇ, ਤਾਂ ਇਹਨਾਂ ਨੂੰ ਖਾਲਿਸਤਾਨੀ ਤੇ ਵੱਖਵਾਦੀ ਕਹਿਣਾ ਹੈ। ਸੱਚੀ ਗੱਲ ਹੈ, ਕਿਸੇ ਨੇ ਭਗਵਾਨ ਨਹੀਂ ਦੇਖਿਆ। ਜੇ ਭਗਵਾਨ ਦਾ ਅਸਲ ਰੂਪ ਹੈ ਤਾਂ ਕਿਸਾਨ ਹੈ, ਤੇ ਕਿਸਾਨ ਭਗਵਾਨ ਹੈ। ਲੇਕਿਨ ਮੈਂ ਤੁਹਾਨੂੰ ਦੱਸ ਦਿੰਦਾ, ਬੀਜੇਪੀ ਦਾ ਬੁਰਾ ਹਾਲ ਹੋਣਾ। ਇਹ ਡਾਕਟਰ ਅੰਬੇਦਕਰ ਨਾਲ ਖਦਾਰੀ ਹੈ, ਗੁਰੂ ਗੋਬਿੰਦ ਸਿੰਘ ਨਾਲ ਖਦਾਰੀ ਹੈ, ਜਿਹੜੇ ਆ ਰਹੇ ਆ ਵਿਦੇਸ਼ੀ ਕਾਰੋਬਾਰੀ। ਹਾਏ ਰੱਬਾ ਸੁਖਬੀਰ, ਤੈਨੂੰ ਗੁਰੂ ਹਰਸਹਾਈ ਤੇ ਜਲਾਲਾਬਾਦ ਵੋਟਾਂ ਦੇਣੀਆਂ, ਤੈਨੂੰ ਨੰਗੇ ਸਮਾਨ ਥੱਲੇ 90 ਸਾਲ ਦੀਆਂ ਆਪਣੀਆਂ ਮਾਵਾਂ, ਉਹ ਤੈਨੂੰ ਉਹ ਨਹੀਂ ਦੱਸਦੀਆਂ। ਭਾਰਤ ਦੀ ਸਿਆਸਤ ਚਿਹਰਿਆਂ ਦੀ ਸਿਆਸਤ ਹੈ, ਕਿਉਂਕਿ ਚਿਹਰੇ ਅੱਜ ਕੱਲ੍ਹ ਜ਼ਿਆਦਾ ਬੋਲਦੇ ਆ, ਮੁੱਦਿਆਂ ਦੀ ਗੱਲ ਘੱਟ ਕੀਤੀ ਜਾਂਦੀ ਹੈ। ਪਰ ਇਸ ਚਿਹਰਿਆਂ ਦੀ ਸਿਆਸਤ ਦੇ ਵਿੱਚ ਕੁਝ ਚਿਹਰੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਨਾਲ ਦੀ ਨਾਲ ਮੁੱਦਿਆਂ ਦੀ ਸਿਆਸਤ ਵੀ ਕਰਦੇ ਆ। ਪੰਜਾਬ ਦੇ ਵਿੱਚੋਂ ਇੱਕ ਚਿਹਰਾ ਤੇ ਇੱਕ ਨਾਮ ਇਹੋ ਜਿਹਾ ਜਿਹਨੇ ਮੁੱਦੇ ਪਹਿਲਾਂ ਉਠਾਏ, ਫਿਰ ਸਿਆਸਤ ਦੇ ਵਿੱਚ ਵੀ ਆਇਆ ਤੇ ਸਿਆਸਤ ਦਾ ਵੀ ਇੱਕ ਲੰਬਾ ਸਫ਼ਰ ਤੈਅ ਕੀਤਾ। ਉਹ ਚਿਹਰਾ ਤੇ ਨਾਮ ਹੈ ਬਲਵੰਤ ਸਿੰਘ ਰਾਮੂਵਾਲੀਆ, ਜਿਹੜੇ ਪੰਜਾਬ ਤੋਂ ਆਪਣੀ ਸਿਆਸਤ ਦੀ ਸ਼ੁਰੂਆਤ ਕਰਦੇ ਆ ਤੇ ਯੂਪੀ ਤੱਕ ਪਹੁੰਚਦੇ ਆ। ਹੁਣ ਦੁਬਾਰਾ ਫਿਰ ਵਾਪਸੀ ਜਿਹੜੀ ਹੈ ਪੰਜਾਬ ਦੇ ਵੱਲ ਨੂੰ ਕੀਤੀ ਜਾ ਰਹੀ ਆ। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਯਾਦਗਾਰ ਦੇ ਉੱਤੇ ਆਏ ਨੇ ਖਟਕੜ ਕਲਾਂ ਦੇ ਵਿੱਚ, ਔਰ ਇੱਥੋਂ ਮਿੱਟੀ ਦੀ ਮੁੱਠ ਇਹਨਾਂ ਨੇ ਆਪਣੇ ਕੋਲ ਲਈ ਹੈ, ਜਿਹੜੀ ਬਕਾਇਦਾ ਯੂਪੀ ਦੇ ਵਿੱਚ ਲੈ ਕੇ ਜਾਣਗੇ, ਔਰ ਖ਼ਾਸ ਤੌਰ ਤੇ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਨਵੀਂ ਮੁਹਿੰਮ ਵਿੱਢਣ ਦੀ ਉਹ ਗੱਲ ਕਰਦੇ ਨੇ। ਬਲਵੰਤ ਸਿੰਘ ਰਾਮੂਵਾਲੀਆ ਹੋਰੀ ਸਾਡੇ ਨਾਲ ਨੇ। ਰਾਮੂਵਾਲੀਆ ਸਾਹਿਬ, ਸਿਆਸਤ ਦਾ ਇੱਕ ਲੰਬਾ ਤਜਰਬਾ, ਇੱਕ ਲੰਬਾ ਸਫ਼ਰ, ਕਈ ਉਤਰਾਅ ਚੜ੍ਹਾਅ ਤੇ ਤਕਰੀਬਨ ਸੱਤਾ ਦੇ ਵਿੱਚ ਰਹਿ ਕੇ ਵੀ ਦੇਖਿਆ, ਸੱਤਾ ਤੋਂ ਬਾਹਰ ਸੰਘਰਸ਼ ਕਰਕੇ ਵੀ ਦੇਖਿਆ। ਇਹ ਜਿਹੜੇ ਹਾਲਾਤ ਨੇ ਇਸ ਵੇਲੇ ਜਿਹੜਾ ਸੰਘਰਸ਼ ਚੱਲਦਾ ਪਿਆ, ਜਿੱਦਾਂ ਦੀ ਸੱਤਾ ਰਵੱਈਆ ਅਖਤਿਆਰ ਕੀਤਾ ਹੋਇਆ ਕਿਸਾਨਾਂ ਨੂੰ ਲੈ ਕੇ, ਕਦੀ ਖਾਲਿਸਤਾਨੀ ਕਿਹਾ ਜਾਂਦਾ, ਕਦੀ ਨੈਕਸਲਾਈਟ ਕਿਹਾ ਜਾਂਦਾ, ਕਦੀ ਅੰਦੋਲਨਜੀਵੀ ਤੱਕ ਕਹਿ ਦਿੱਤਾ ਜਾਂਦਾ। 100 ਦਿਨ ਤੋਂ ਵੱਧ ਦਾ ਸਮਾਂ ਕਿਵੇਂ ਦੇਖਦੇ ਹੋ? ਤੁਹਾਡੀ ਸੱਤਾ ਦੇ ਵਿੱਚ ਹੁੰਦਿਆਂ, ਅਹੁਦਿਆਂ ਦੇ ਉੱਤੇ ਹੁੰਦਿਆਂ ਵੀ ਬਹੁਤ ਸਾਰੇ ਅੰਦੋਲਨ ਹੋਏ ਤੇ ਤੁਸੀਂ ਆਪ ਵੀ ਕਈ ਅੰਦੋਲਨਾਂ ਦਾ ਹਿੱਸਾ ਜਿਹੜਾ ਉਹ ਬਣਿਆ। ਇਸ ਅੰਦੋਲਨ ਨੂੰ ਤੇ ਸੱਤਾ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਮੈਂ ਟੀਵੀ ਪੰਜਾਬ ਨੂੰ ਸਪਸ਼ਟ ਦੱਸਦਾ ਕਿ ਬਿਲਕੁਲ ਜੇ ਰਾਜਨੀਤਿਕ ਲੀਡਰ ਪਰਿਵਾਰਵਾਦੀ ਨਾ ਹੁੰਦੇ, ਨਿੱਜਵਾਦੀ ਨਾ ਹੁੰਦੇ, ਖੁਦਗਰਦ ਨਾ ਹੁੰਦੇ, ਤੇ ਰਾਜਨੀਤੀ ਵਿੱਚ ਵਪਾਰ ਤੇ ਧਨ ਕਮਾਉਣ ਦੀ ਲਾਲਸਾ ਉਹਦਾ ਅੰਨੀ ਕਰੂਅਲ ਜ਼ਾਲਮ ਹੋ ਕੇ ਨਾ ਪੈਦਾ ਹੁੰਦੀ, ਅੱਜ ਆ ਦਿਨ ਨਹੀਂ ਸੀ ਆਉਣੇ। ਇਹ ਸਾਰਿਆਂ 'ਚ ਹੋਈ ਆ, ਕਿਸੇ ਵੱਲ ਤੁਸੀਂ ਤੱਕ ਲਓ। ਹੁਣ ਰਹੀ ਗੱਲ, ਮੈਂ ਬੜਾ ਸਪਸ਼ਟ ਹਾਂ ਕਿ ਰਾਜਨੀਤੀ ਵਿੱਚ ਇਸ ਤਰ੍ਹਾਂ ਹੋਣ ਨਾਲ ਅੱਜ ਖਾਲਿਸਤਾਨੀ, ਉਹ ਦੁਨੀਆ ਤੋਂ ਡਰੋ। 3 ਬੰਦੇ ਝੂਠਿਆਂ, ਇੰਨੇ ਝੂਠੇ ਆ ਵੀ ਜਿਹਦੇ ਮੂੰਹ 'ਚ ਜਿੰਨਾ ਥੁੱਕ ਆ ਉਨਾ ਹੀ ਥੁੱਕ ਦਿੰਦਾ ਉਹਦੇ 'ਤੇ। ਉਹ ਕਿਹੜੇ ਕਿਹੜੇ ਬੰਦੇ ਆ? ਇੱਕ ਹੈ ਹਿਟਲਰ ਦਾ ਵਜ਼ੀਰ ਗੋਇਬਲਸ, ਹਿਟਲਰ ਦਾ। ਇੱਕ ਹੈ ਮਹਾਭਾਰਤ ਦਾ ਸ਼ੁਕਨੀ, ਜਿਹੜਾ ਮਾਮਾ ਸ਼ੁਕਨੀ, ਉਹਦੇ ਨਾਲ ਦਾ ਗੰਦਾ ਧਰਤੀ 'ਤੇ ਨਹੀਂ। ਅਤੇ ਇੱਕ ਹੈ ਜਿਹਨੂੰ ਕਹਿੰਦੇ ਆ ਪਾਂਡਵਾਂ ਨੇ ਗੱਪ ਮਾਰਿਆ ਸੀ, ਅਸਵਥਾਮਾ ਮਰ ਗਿਆ। ਅਸਵਥਾਮਾ ਹਾਥੀ ਮਰਿਆ ਸੀ ਤੇ ਕੌਰਵਾਂ ਦਾ ਕਮਾਂਡਰ ਇਨ ਚੀਫ ਦੁਰਯੋਧਨ ਦਾ ਬੇਟਾ ਨਹੀਂ ਸੀ ਮਰਿਆ। ਨੰਬਰ 2, ਸ਼ੁਕਨੀ, ਜਿਹੜੀ ਗੱਲ ਸੋਨੇ ਦੀ ਆ ਪਿੱਤਲ ਦੀ ਬਣਾ ਕੇ ਤੇ ਪਿੱਤਲ ਨੂੰ ਸੋਨਾ ਕਰ ਦਿੰਦਾ ਸੀ। ਤੇ ਜਿਹੜਾ ਗੋਇਬਲ ਸੀ, ਉਹਨੇ ਬੜੀਆਂ ਚੀਕਾਂ ਮਾਰੀਆਂ। ਅੱਜ ਦੋਨੋਂ ਜਰਮਨੀ ਇਕੱਠੀਆਂ ਹੋ ਗਈਆਂ, ਨਾ ਹਿਟਲਰ ਦੇ ਨਾਂ 'ਤੇ ਨਾ ਗੋਇਬਲ ਦੇ ਨਾਂ 'ਤੇ ਇੱਕ ਚੁੰਝ ਜਿੰਨੀ ਕੋਈ ਸੜਕ ਨਹੀਂ। ਓਏ ਇਹਨਾਂ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ ਕਹਿਣ ਵਾਲਿਓ, ਤੁਹਾਡੀਆਂ 7-7 ਪੁਸ਼ਤਾਂ ਦੀਆਂ ਜੀਭਾਂ ਤੇ ਕੀੜੇ ਪੈਣਗੇ ਤੇ ਲੋਕੀ ਤੁਹਾਡੇ ਨਾਂ 'ਤੇ ਥੁੱਕਣਗੇ। ਐਡਾ ਝੂਠ, ਧਰਤੀ ਤੋਂ ਧਰੂ ਤਾਰੇ ਜਿੱਡਾ ਜੇ ਕੋਈ ਗੱਪ ਹੈ ਦੁਨੀਆ 'ਤੇ, ਤਾਂ ਇਹਨਾਂ ਨੂੰ ਖਾਲਿਸਤਾਨੀ ਤੇ ਵੱਖਵਾਦੀ ਕਹਿਣਾ ਹੈ।
ਤੁਸੀਂ ਸੱਚ ਤੇ ਝੂਠ ਦੀ ਗੱਲ ਕੀਤੀ ਹੈ। ਅੱਜ ਭਗਤ ਸਿੰਘ ਹੋਰਾਂ ਦੀ ਯਾਦਗਾਰ ਤੋਂ ਮਿੱਟੀ ਲੈ ਕੇ ਚੱਲਿਓ। ਇਸ ਧਰਤੀ ਦੇ ਉੱਤੇ ਆਣ ਕੇ ਕਈ ਸਿਆਸਤਦਾਨਾਂ ਨੇ ਆਣ ਕੇ ਸੌਹਾਂ ਤੱਕ ਖਾਧੀਆਂ ਨੇ। ਇਹ ਵੀ ਕਹਿ ਕਿ ਮੈਂ ਫਲਾਨੀ ਪਾਰਟੀ 'ਚ ਨਹੀਂ ਜਾਊਂਗਾ ਤੇ ਬਾਅਦ 'ਚ ਉਸੇ ਪਾਰਟੀ ਦੇ ਵਿੱਚ ਉਹ ਨਜ਼ਰ ਵੀ ਆਇਆ। ਸਹੁੰ ਖਾ ਕੇ ਬਹੁਤ ਕੁਝ ਕਰਨ ਦੀ ਗੱਲ ਕੀਤੀ ਸੀਗੀ। ਉਹ ਸੌਹਾਂ ਤੋੜ ਚੜ੍ਹਦੀਆਂ ਕਿਸੇ ਨੂੰ ਪੰਜਾਬ 'ਚ ਅੱਜ ਤੱਕ ਨਜ਼ਰ ਨਹੀਂ ਆਈਆਂ। ਤੇ ਸੱਚ ਝੂਠ ਦੀ ਗੱਲ ਕਰਦੇ ਹੋਇਆਂ ਇਹ ਅਸੀਂ ਕਿਵੇਂ ਯਕੀਨ ਮੰਨੀਏ ਕਿ ਜਿਹੜੀ ਮਿੱਟੀ ਤੁਸੀਂ ਲੈ ਕੇ ਚੱਲਿਓ, ਜਿਹੜੇ ਤਾਈਦ ਹੋ ਕੇ ਇੱਥੋਂ ਤੁਸੀਂ ਚੱਲਿਓ, ਉਹ ਆਪਣੇ ਵਾਅਦੇ ਦੇ ਉੱਤੇ ਪੁਰ ਉਤਰੋਗੇ? ਅੱਛਾ, ਹੁਣ ਸੇ ਦੇਖਿਓ, ਮੈਂ ਪਹਿਲਾਂ ਪਰਚੇ ਪਾਸ ਕਰਕੇ ਇਹਦੇ ਪੈਰਾਂ 'ਚ ਆਇਆ ਜੀ। ਮੈਂ ਉਹ ਬੰਦਾ ਜਿਹਨੇ 15,000 ਦੇ ਲਗਭਗ ਬਾਹਰਲੇ ਮੁਲਕਾਂ 'ਚੋਂ ਮੁੰਡੇ ਛਡਾ ਕੇ ਲਿਆਂਦੇ ਮੁਫਤ, ਜਿਹਨੇ 10,000 ਦੇ ਕਰੀਬਨ ਕੁੜੀਆਂ ਜਿਨ੍ਹਾਂ ਨੂੰ ਪਤੀ ਛੱਡ ਕੇ ਕਹਿੰਦੇ ਮੇਰਾ ਕੀ ਕਰ ਲੇਂਗੀ, ਮੈਂ ਤਾਂ ਕੈਨੇਡਾ ਅਮਰੀਕਾ ਆ ਗਿਆ। ਮੈਂ ਕਾਨੂੰਨ ਬਣਵਾਇਆ ਕਿ ਉਸ ਬੰਦੇ ਦਾ ਪਾਸਪੋਰਟ ਜ਼ਬਤ ਹੋ ਜਾਊਗਾ, ਉੱਥੇ ਇੰਗਲੈਂਡ ਬੈਠੇ ਦਾ ਕੈਨੇਡਾ ਬੈਠੇ ਦਾ ਹੀ ਉਹਦੀ ਇਮੀਗ੍ਰੇਸ਼ਨ ਕੈਂਸਲ ਹੋ ਗਈ। ਫਿਰ ਆ ਕੇ ਬੰਗੇ ਕਹੂਗਾ ਤੇ ਫਿਰ ਆ ਕੇ ਇੱਥੇ ਕਹੂਗਾ ਫਗਵਾੜੇ ਵੀ ਭਗਵਾਨ ਨੇ ਜਿਵੇਂ ਕਹੀ ਨਹੀਂ ਕਰ ਲਾ ਤੇ ਮੇਰੀ ਇਮੀਗ੍ਰੇਸ਼ਨ ਮੁੜ ਕੇ ਮਿਲ ਜੇ। ਮੈਂ ਬਣਵਾਤਾ ਕਾਨੂੰਨ, ਇਹ ਲਾਗੂ ਹੋ ਗਿਆ। ਮੈਂ 700 ਤੋਂ ਵੱਧ ਬੀਬੀਆਂ ਵਿਦੇਸ਼ਾਂ 'ਚੋਂ ਮੁੱਲ ਵਿਕੀਆਂ ਸ਼ੇਖਾਂ ਕੋਲੋਂ ਛਡਾ ਕੇ ਲਿਆਇਆ। ਮੈਂ 9300 ਮੁੰਡਿਆਂ ਨੂੰ ਉੱਥੇ ਜਿਹੜੇ ਰਿਫਿਊਜੀ ਕਹਿ ਕੇ ਪੱਕੇ ਹੋਏ ਸੀ ਵਿਦੇਸ਼ਾਂ 'ਚ, ਪਾਸਪੋਰਟ ਦਵਾਏ ਮਿਲਦੇ ਨਹੀਂ ਸੀ 15 ਸਾਲ ਤੋਂ। ਮੇਰੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਰਸ ਕੀਤਾ, ਮੇਰੇ ਸਿਰ ਤੇ ਪੈਰ ਰੱਖ ਕੇ ਆਪਣੇ, ਉਹਨਾਂ ਨੇ ਮੇਰੇ ਕੋਲ ਤਾਕਤ ਦਿੱਤੀ ਕਿ ਮੈਂ ਟਰੱਕ ਟੈਕਸੀ ਕੈਂਟਰ ਟੈਂਪੂ ਦੇ ਧੰਦੇ ਦੇ ਉੱਤੇ 46 ਮਿੰਟ ਪਾਰਲੀਮੈਂਟ 'ਚ ਬੋਲਿਆ। ਕਿਸੇ ਟਰੱਕਾਂ ਨੂੰ ਪੁੱਛ ਲਓ, ਟੈਕਸੀ ਵਾਲੇ ਮੈਨੂੰ ਦੇ ਕੇ ਗਏ ਨਾ, ਆਜ਼ਾਦ ਟੈਕਸੀ ਯੂਨੀਅਨ ਸਿਰੋਂ ਪਾਉ ਦੇ ਗਏ। ਕਿਉਂ ਦੇ ਕੇ ਗਏ ਆ? ਕਿਉਂਕਿ ਮੈਂ ਉਹ ਜਿਹੜੀਆਂ ਸੀ ਨਾ ਦਿੱਲੀ ਵਿੱਚ, ਉਦੋਂ ਅਸੀਂ 4 ਬੰਦੇ ਇਕੱਠੇ ਹੋ ਕੇ ਇੱਕ ਟੈਕਸੀ ਕਰਦੇ ਸੀ ਤੇ ਦਿੱਲੀੋਂ ਜਲੰਧਰ ਦਾ 1100 ਰੁਪਈਆ ਦਿੰਦੇ ਸੀ। ਟੈਕਸੀ ਵਾਲੇ ਨੂੰ 4400 ਬਣ ਜਾਂਦਾ ਸੀ ਤੇ ਉਹਨਾਂ ਦਾ 1100 ਲੱਗਦਾ ਸੀ। ਹੁਣ ਤਾਂ ਪਰ ਸੁਖਬੀਰ ਨੇ ਪਾਤੀਆਂ ਔਰਬਿਟ ਬੱਸਾਂ, ਸਭ ਖਤਮ ਹੋ ਗਿਆ। ਇਹ ਖੋ ਕੇ ਲੈ ਗਿਆ ਨਾ ਬੁਰਕੀ, ਵੱਡਾ ਕਾਂ ਜਿਹੜਾ ਉਹ ਜਵਾਕ ਕੋਲ ਤਾਂ ਛੱਡਦਾ ਹੀ ਨਹੀਂ, ਤੇ ਬੁਰਕੀ ਖੋ ਕੇ ਲੈ ਗਿਆ। ਇਹ ਮੈਂ ਪਾਸ ਕਰਾਇਆ ਸੀ, ਪੁੱਛੋ ਟੈਕਸੀ ਵਾਲਿਆਂ ਨੂੰ, ਰੱਬ ਦੇ। ਇਸੇ ਤਰ੍ਹਾਂ ਮੈਂ ਜਿਹੜੇ ਵੱਡੇ ਵੱਡੇ ਕੰਮ ਕੀਤੇ। ਜਦੋਂ ਇੰਦਰਾ ਗਾਂਧੀ ਮਰੀ ਤੇ ਉਧਰੋਂ 85 'ਚ ਮੈਂ MP ਬਣ ਗਿਆ। ਮੈਂ 9 MPਆਂ ਦਾ ਲੀਡਰ ਸੀ। ਮੈਂ ਵਾਹਿਗੁਰੂ ਦੀ ਸਹੁੰ ਖਾ ਕੇ ਕਹਿੰਦਾ, ਪੁੱਛ ਲਓ ਦੁਨੀਆ 'ਚ ਫੋਨ ਕਰਕੇ, ਇੱਥੇ ਹੱਥ ਪਾਪਾ ਮੇਰੀਆਂ ਧੀਆਂ ਜਿਹੜੀਆਂ ਪੰਜਾਬ ਦੀਆਂ ਇੱਥੇ ਕਹਿੰਦੇ ਸੀ ਤੁਹਾਡੇ, ਮੈਂ ਕੀ ਕਰਾਂ ਵੀ ਸੋਨਾ ਲਕੋਇਆ, ਉਹ ਜੁੱਤੀਆਂ ਮਾਰ ਮਾਰ ਮੈਂ ਹਟਾਏ। ਫਿਰ ਡਾਲਰ ਖੋਹਦੇ ਸੀ ਹਟਾਏ, ਸਮਾਨ ਖੋਹਦੇ ਸੀ ਹਟਾਏ। ਫਿਰ ਸਾਰੀਆਂ ਲੜਾਈਆਂ ਮੇਰੇ ਨਾਲ ਸ਼ਬਾਨਾ ਆਜ਼ਮੀ ਲੱਗੀ ਤੇ ਮੈਂ ਲੱਗਿਆ। ਤੇ ਫਿਰ ਉਦੋਂ ਮਿਨਿਸਟਰ ਸੀਗਾ ਸ਼੍ਰੀ ਅਡਵਾਨੀ, ਮੈਂ ਤੇ ਉਹਦੇ ਕੋਲੇ ਗਏ ਤੇ ਉਹਨੇ ਆਰਡਰ ਕਰਤਾ ਇਹਨੂੰ ਕਮਿਸ਼ਨਰ ਪੁਲਿਸ ਨੂੰ ਵੀ ਪੰਜਾਬ ਦੀਆਂ ਟੈਕਸੀਆਂ ਤੁਸੀਂ ਇੱਕ ਵੀ ਨਹੀਂ ਫੜਨੀ। ਤੇ ਮੈਂ ਜਦੋਂ ਗਿਆ, ਉਹ ਕਮਿਸ਼ਨਰ ਕੁੜੀ ਨੇ ਆਰਡਰ ਕਰਤਾ ਕਿ ਹੀਅਰ ਇਜ਼ ਐਨ ਆਰਡਰ ਕਿ ਨੋਬਾਡੀ ਵਿਲ ਡਿਸਟਰਬ ਪੰਜਾਬ ਟੈਕਸੀ ਡਰਾਈਵਰਸ, ਅਦਰਵਾਈਜ਼ ਦੈਟ ਵਿਲ ਬੀ ਨਾਟ ਗੁੱਡ। ਮੈਂ ਉਹਨੂੰ ਬੈਠੀ ਬੈਠੀ ਕਿਹਾ, ਕੁੜੀਏ ਭਲਾ ਬੀਬਾ ਤੂੰ ਹੈਗੀ ਤਾਂ ਬਹੁਤ ਵੱਡੀ ਕਮਿਸ਼ਨਰ, ਮੈਂ ਵੀ MP ਹਾਂ, ਪਤਾ ਤੇਰੇ ਨਾਨਕੇ ਰਾਮੂ ਵਾਲੇ ਨਹੀਂ ਗਿੱਲਾਂ ਦੇ? ਵਾਗਰੂ ਜਾਣਦਾ, ਪੁੱਛ ਲਿਓ। ਕਹਿੰਦੀ ਉਹ ਕਿਉਂ ਤੈਨੂੰ ਪਤਾ? ਮੈਂ ਕਿਹਾ ਤੂੰ ਭੂਆ ਰਣਜੀਤ ਕੌਰ ਦੀ ਧੀ ਆ, ਮੁਨਸ਼ਾ ਸੋ ਫੁੱਫੜ ਦੀ ਕੁੜੀ ਹੈ। ਕਹਿੰਦੀ ਹਾਏ ਤੁਸੀਂ ਕਿਵੇਂ ਜਾਣਦੇ ਆ? ਸੀਗੇ ਐਡੀਸ਼ਨਲ ਕਮਿਸ਼ਨਰ, ਉਹ ਉੱਥੇ ਸ਼ੇਰ ਸ਼ੂਰ ਲੱਗੇ ਹੋਏ। ਮੈਂ ਕਿਹਾ ਬੀਬਾ, ਕਹਿੰਦੀ ਫਿਰ ਕੀ ਕਹਿਣਾ ਤੁਸੀਂ? ਮੈਂ ਕਹਿਣਾ ਕੀ ਹੈ, ਤੂੰ ਚਾਚੇ ਗੁਰਸਰਨ ਦੀ ਭਾਣਜੀ ਹੈ ਤੇ ਮੇਰੇ ਬਾਪੂ ਦੀ ਵੀ ਭਾਣਜੀ। ਕਹਿੰਦੀ ਤੁਹਾਡੇ ਬਾਪੂ ਜੀ ਦਾ ਨਾਮ ਭਲਾ ਕੀ ਹੈ? ਮੈਂ ਕਿਹਾ ਕਰਨੈਲ ਸਿੰਘ। ਕਹਿੰਦੀ ਕਰਨੈਲ ਸਿੰਘ ਮਾਮਾ ਜੀ ਜਿਹੜੇ ਗਿੱਲ ਹੈ ਤੇ ਕਵੀਸ਼ਰ ਹੈ। ਤੇ ਮੈਂ ਕਿਹਾ ਹੋਰ? ਕਹਿੰਦੀ ਚਾਹ ਮੰਗਾਉਣੇ ਆ। ਮੈਂ ਕਿਹਾ ਚਾਹ ਚੂ ਮੈਂ ਨਹੀਂ ਪੀਣੀ, ਤੂੰ ਮੇਰੀ ਭੂਆ ਦੀ ਧੀ ਹੈ, ਮੈਂ ਤੇਰੇ ਮਾਮੇ ਦਾ ਪੁੱਤ ਹੈ। ਕਹਿੰਦੀ ਕੀ ਚਾਹੁੰਦੇ? ਮੈਂ ਕਿਹਾ ਆਰਡਰ ਜਿਹਾ ਬਾਹਲਾ ਲਿੱਸਾ ਜਿਹਾ ਹੈ ਮਾਰੇ ਸੋ। ਮੈਂ ਤੂੰ ਰਾਮੂਲੇ ਦੀ ਧੀ ਹੋ ਕੇ ਮੈਂ ਰਾਮੂਲੇ ਦਾ ਪੁੱਤ ਹੈ ਤੇ ਉੱਥੋਂ ਦੀ ਦੋਤੀ। ਕਹਿੰਦੀ ਵੀਰ ਜੀ ਫੜਾਇਓ ਵਾਪਸ। ਉਹਨੇ ਵਾਪਸ ਲੈ ਕੇ ਲਿਖਤਾ, ਇਫ ਐਨੀ ਬੋਡੀ ਆਫ ਐਨੀ ਪੁਲਿਸ ਆਫਿਸਰ was found disturbing and asking for some concession or some favor from Punjab taxi drivers, he will be subjected to even dismissal. ਮੈਂ ਕਿਹਾ ਹੁਣ ਨਹੀਂ ਨੀਂਦ ਆਉਣੀ, ਇੱਥੋਂ ਤੱਕ ਅਸੀਂ ਲੜੇ ਆ। ਮੈਂ ਤਾਂ ਇਮਤਿਹਾਨ ਪਾਸ ਕੀਤੇ ਆ, ਵਰਿਆਮ ਸਿੰਘ ਨੂੰ ਛੱਡਿਆ ਉੱਥੇ ਜੇਲ੍ਹ 'ਚੋਂ, ਕੌਣ ਛੱਡ ਸਕਦਾ? ਤੇ ਅੱਜ ਵੀ ਮੈਂ ਤੁਹਾਨੂੰ ਕਹਿਣਾ, ਟਰੱਕ ਟੈਕਸੀ ਕੈਂਟਰ ਟੈਂਪੂ, ਜੇ ਕਿਤੇ ਸਰਕਾਰ ਪੰਜਾਬ 'ਚ ਆ ਗਈ ਮਨਮਰਜ਼ੀ ਦੀ, ਹੁਣ ਤਾਂ ਕਿਸਾਨਾਂ ਲਈ ਸਮਰਪਿਤ ਹੋ ਕੇ ਆਏ ਆ। ਕਿਸਾਨ ਸੱਚੀ ਗੱਲ ਹੈ, ਕਿਸੇ ਨੇ ਭਗਵਾਨ ਨਹੀਂ ਦੇਖਿਆ। ਜੇ ਭਗਵਾਨ ਦਾ ਅਸਲ ਰੂਪ ਹੈ ਤਾਂ ਉਹ ਕਿਸਾਨ ਹੈ, ਤੇ ਕਿਸਾਨ ਭਗਵਾਨ ਹੈ।
ਇਹ ਹੁਣ ਮਿੱਟੀ ਲੈ ਕੇ ਜਿਹੜੀ ਮੁਹਿੰਮ ਵਿੱਢੀ ਹੈ, ਕੀ ਹੈ ਮੁਹਿੰਮ, ਕੀ ਕਰਨਾ ਇਹਦੇ ਨਾਲ, ਮੁਹਿੰਮ ਯੂਪੀ ਇਹ ਦੇ ਹੈ ਵਿੱਚ ਕਿ ਜਾ ਕੇ ਮੈਂ ਕੀ ਕਰੋਗੇ ਤੇ ਇੱਥੇ ਕੀ ਦੋ ਕਰੋਗੇ? ਸੂਬਿਆਂ 'ਚ ਕੰਮ ਕਰਦਾ, ਜੀ। ਇੱਕ ਪੰਜਾਬ ਇੱਕ ਯੂਪੀ। ਹੁਣ ਯੂਪੀ 'ਚ ਮੈਂ ਜਿੱਥੇ ਚੰਦਰ ਸ਼ੇਖਰ ਆਜ਼ਾਦ, ਜਿੱਥੇ ਚੌਰਾ ਚੌਰੀ ਦਾ ਉੱਥੇ ਸ਼ਹੀਦੀ ਹੋਈ, ਤੇ ਜਿੱਥੇ ਯੂਪੀ 'ਚ 1857 ਦਾ ਗਦਰ ਮੇਰਠ 'ਚ ਹੋਇਆ, ਉੱਥੋਂ ਮਿੱਟੀ ਲੈ ਲੈ ਕੇ ਤੇ ਇਹ ਮਿੱਟੀ ਮਿਲਾ ਕੇ ਫਿਰ ਸਿਰ ਤੇ ਧਰ ਲਾਂਗੇ। ਫਿਰ ਤਾਂ ਐਂ ਲੱਗੂ ਵੀ ਸਾਰਾ ਦੇਸ਼ ਹੀ ਸਾਡੇ ਨਾਲ ਹੈ, ਅੰਗਰੇਜ਼ਾਂ ਨਾਲ ਲੜ ਰਹੇ ਹੈ। ਲੇਕਿਨ ਮੈਂ ਤੁਹਾਨੂੰ ਦੱਸ ਦਿੰਦਾ, ਬੀਜੇਪੀ ਦਾ ਬੁਰਾ ਹਾਲ ਹੋਣ ਵਾਲਾ ਹੈ, ਕਿਉਂਕਿ ਮੈਂ ਮੋਹਾਲੀ ਰਹਿੰਦਾ, ਉੱਥੇ 15,000 ਵੋਟ ਹੈ ਇੱਕ ਥਾਂ ਯੂਪੀ 'ਚੋਂ ਆਏ ਕਾਮਿਆਂ ਦੀ, ਸਾਡੇ ਭਰਾਵਾਂ ਦੀ। ਉੱਥੇ ਕਿੰਨੀਆਂ ਵੋਟਾਂ ਮਿਲੀਆਂ ਉਸ ਬੂਥ ਤੇ, ਉਹਨਾਂ ਬੂਥਾਂ ਤੇ ਬੀਜੇਪੀ ਨੂੰ? 1 'ਚ 4, 1 'ਚ 11, 1 'ਚ 9, 1 'ਚ 13, 1 'ਚ 17, 1 'ਚ 19। ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਹਿੰਦੇ ਇੱਥੇ ਹੈ? ਕਹਿੰਦੇ ਨਹੀਂ ਜੀ ਅਸੀਂ ਨਹੀਂ ਇਹਨਾਂ ਨੂੰ ਪਾਉਣੀਆਂ, ਤਾਂ ਉੱਥੇ ਵੀ ਨਹੀਂ ਪਾਉਣੀਆਂ। ਇਸ ਲਈ ਸੁਨੇਹਾ ਜਿਹੜਾ ਹੈ ਉਹ ਨਾਨਕਿਆਂ ਤੋਂ ਘੱਲੀ ਪੰਜੀਰੀ ਦਿਸ ਵੀ ਦੀ ਜਾਵੇ, ਕਿੱਧਰ ਜਾਊਗੀ? ਇਹ ਪੰਜੀਰੀ ਅੰਦੋਲਨ ਲਈ ਹੈ ਜੇ ਇਹ ਪੰਜੀਰੀ ਜਿਹੜੀਆਂ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਤਾਂ ਯੂਪੀ ਦੇ ਵਿੱਚ ਚੋਣਾਂ ਆਉਣ ਵਾਲੀਆਂ ਉਹਦੇ ਮੈਂ ਲਈ? ਤਾਂ ਕਹਿੰਦਾ ਹੈ ਤਾਂ ਅੰਦੋਲਨ ਦੇ ਹੱਕ 'ਚ। ਤੁਸੀਂ ਮੈਂ ਦੱਸਦਾ ਨਾ ਤੁਹਾਨੂੰ ਬਈ, ਕਲਾ ਜਿਹੜੀਆਂ ਰਿਜ਼ਰਵੇਸ਼ਨ ਹੈ, ਸ਼ਡਿਊਲਡ ਕਾਸਟ ਵੀਰੋ ਸੁਣ ਲਓ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੱਫੀ ਪਾਈ ਸੀ ਭਾਈ ਜੈਤੇ ਤੇ ਭਾਈ ਜਿਹੜੇ ਸੰਗਤ ਸਿੰਘ ਨੂੰ। ਇਹ ਡਾਕਟਰ ਅੰਬੇਦਕਰ ਨਾਲ ਖਦਾਰੀ ਹੈ, ਗੁਰੂ ਗੋਬਿੰਦ ਸਿੰਘ ਨਾਲ ਖਦਾਰੀ ਹੈ। ਜਿਹੜੇ ਆ ਰਹੇ ਆ ਵਿਦੇਸ਼ੀ ਕਾਰੋਬਾਰੀ, ਅੱਜ 74% ਬੀਮੇ ਵੀ ਨੈਸ਼ਨਲਾਈਜ਼ ਕਰਤੇ। ਭਾਈ ਮੈਂ ਮਿਨਿਸਟਰ ਰਿਹਾ ਇਸ ਕੰਮ ਦਾ, 22.5% ਰਿਜ਼ਰਵੇਸ਼ਨ ਹੈ SC ST ਦੀ, ਤੇ 27% ਹੈ ਅਦਰ ਬੈਕਵਰਡ ਕਲਾਸਿਸ ਦੀ, ਔਰ 49.5% ਦੀ ਰਿਜ਼ਰਵੇਸ਼ਨ ਐਂ ਜਾਊ। ਇਹ ਤਾਂ ਖਤਮ ਹੋ ਗਈ। ਥੋੜ੍ਹੀਆਂ ਆਮ ਸਵਾਇ ਕਾਰੋਬਾਰੀ ਧੰਦੇ ਖਤਮ ਹੋ ਗਏ। ਨਿੱਕੇ ਨਿੱਕੇ ਕੰਮ ਪਿੰਡਾਂ 'ਚ ਕਰਦੇ ਸੀ, ਬੱਕਰੀਆਂ ਰੱਖ ਲੀਆਂ, ਗਾਂ ਰੱਖ ਲਈ, ਭੇਡਾਂ ਰੱਖ ਲੀਆਂ, ਕਿਸਾਨਾਂ ਤੋਂ ਕੁਛ ਲੈ ਆਂਦੇ ਪੱਠੇ, ਸਭ ਖਤਮ ਹੋ ਜੂਗਾ। ਇਹ ਤਾਂ ਬਰਬਾਦੀ ਹੈ। ਕਰੋਨਾ ਤੋਂ ਤਾਂ ਬੰਦੇ ਬਚ ਜਾਣਗੇ, ਇਹਨਾਂ 3 ਕਾਲੇ ਕਾਨੂੰਨਾਂ ਤੋਂ ਬੰਦੇ ਨਹੀਂ ਬਚਦੇ। ਜਿੰਨੇ ਰਾਮੂਵਾਲੀਆ ਸਾਹਿਬ ਤੁਸੀਂ ਸਾਫ਼ ਗੋਆ, ਮੇਰਾ ਖਿਆਲ ਹੈ ਕਿ ਬਹੁਤ ਸਾਰੇ ਸਿਆਸਤਦਾਨ ਏਡੀ ਪਾਕ ਸਾਫ਼ ਤਰੀਕੇ ਨਾਲ ਗੱਲ ਨਹੀਂ ਕਰਦੇ, ਭਾਵੇਂ ਤੁਹਾਨੂੰ ਆਪ ਨੂੰ ਕਿਉਂ ਨਾ ਉਹਦਾ ਵਿਰੋਧ ਚੱਲਣਾ ਪਵੇ। ਬਿਲਕੁਲ। ਔਰ ਇਸ ਸਭ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਪਹਿਲੀ ਗੱਲ ਤਾਂ ਆ ਜਿਹੜੀਆਂ ਸਥਿਤੀਆਂ ਬਣੀਆਂ ਸੀ ਸਾਡੇ ਸਿਆਸਤਦਾਨਾਂ ਦਾ ਕਰਕੇ ਆ, ਔਰ ਉਹਦੇ ਤੋਂ ਬਾਅਦ ਕਈ ਪਾਰਟੀਆਂ ਇਦਾਂ ਦੀਆਂ ਵੀ ਸੀ ਜਿਹੜੀਆਂ ਕਾਨੂੰਨਾਂ ਦੇ ਪੱਖ 'ਚ ਪਹਿਲਾਂ ਭੁਗਤਦੀਆਂ ਰਹੀਆਂ ਤੇ ਹੁਣ ਵਿਰੋਧ ਦੇ ਵਿੱਚ ਮਜ਼ੀਰੀਆਂ ਵੀ ਛੱਡ ਕੇ ਆ ਰਹੇ ਨੇ ਤੇ ਗੱਠਜੋੜ ਵੀ ਤੋੜ ਰਹੇ ਨੇ। ਬਸ ਮਾੜਾ ਜਿਹਾ ਰਹਿ ਗਿਆ ਜੀ। ਮੈਨੂੰ ਇੱਕ ਬੰਦਾ ਕਹਿੰਦਾ ਜਦੋਂ ਪਾਰਲੀਮੈਂਟ 'ਚ ਲੜਦੇ ਆ ਉਹ ਤੂੰ ਬਹੁਤ ਮਾੜਾ ਅਕਾਲੀ ਆ, ਉਹ ਕਾਂਗਰਸ, ਉਹ DMK ਮਾੜੀ ਹੈ। ਇੱਥੇ ਚੰਡੀਗੜ੍ਹ ਕਹਿੰਦੇ ਆ ਉਹ ਤੁਸੀਂ ਆਹ ਕਰਤਾ, ਕਾਂਗਰਸੀ ਹੋ ਅਕਾਲੀ ਹੋ। ਉਹ ਕਹਿੰਦਾ ਪਤੰਦਰ ਲੜਦੇ ਉੱਥੇ ਹੁੰਦੇ ਆ, ਉਦੋਂ ਲੋਕਾਂ ਲਈ ਨਹੀਂ ਵੋਟਾਂ ਲਈ ਲੜਦੇ ਹੁੰਦੇ ਆ, ਡਰਾਮਾ ਕਰਦੇ ਆ। ਇਹਨੇ ਮਾਰੇ। ਇੱਕ ਦੋ ਆਖਰੀ ਸਵਾਲ ਪੁੱਛਣੇ ਆ ਤੁਹਾਨੂੰ, ਬਹੁਤਾ ਸਮਾਂ ਨਹੀਂ ਲੈਣਾ ਤੁਹਾਡਾ, ਮੈਨੂੰ ਪਤਾ ਬਹੁਤ ਜਲਦੀ ਹੈ, ਤੁਸੀਂ ਅੱਗੇ ਵੀ ਜਾਣਾ ਆ। ਪਰ ਇੱਕ ਮਸਲਾ ਇਹ ਹੈਗਾ ਨਾ ਕਿ ਹੁਣ ਰਾਮੂਵਾਲੀਆ ਸਾਹਿਬ ਕਹਿੰਦੇ ਨੇ ਕਿ ਮੈਂ 8 ਦਿਨ ਇੱਥੇ ਪੰਜਾਬ ਦੇ ਵਿੱਚ ਰਵਾਂਗਾ, 22 ਦਿਨ ਮੈਂ ਯੂਪੀ ਦੇ ਵਿੱਚ ਰਵਾਂਗਾ, ਤੇ ਫਿਰ 2022 ਦੇ ਵਿੱਚ ਰਾਮੂਵਾਲੀਆ ਹੋਰੀ ਖੜੇ ਕਿੱਥੇ ਨਜ਼ਰ ਆਉਣਗੇ, ਪੰਜਾਬ 'ਚ ਜਾਂ ਯੂਪੀ 'ਚ? ਨਹੀਂ, ਮੈਂ ਸ਼ਾਇਦ ਚੋਣ ਲੜਾਂ ਹੀ ਨਾ, ਸ਼ਾਇਦ 99%। ਪਰ ਮੈਂ ਜਿਹੜਾ ਕਿਸਾਨਾਂ ਦੇ ਸ਼ਹੀਦ ਹੈ ਉਹਨਾਂ ਨੂੰ ਮੱਥਾ ਟੇਕਦਾ, ਜਿਨ੍ਹਾਂ ਨੇ ਜਿੰਦੜੀਆਂ ਦੇਤੀਆਂ। ਹਾਏ ਰੱਬਾ ਸੁਖਬੀਰ, ਤੈਨੂੰ ਗੁਰੂ ਹਰ ਸਹਾਈ ਤੇ ਜਲਾਲਾਬਾਦ ਵੋਟਾਂ ਦੀਦੀਆਂ, ਤੈਨੂੰ ਨੰਗੇ ਸਮਾਨ ਥੱਲੇ 90 ਸਾਲ ਦੀਆਂ ਆਪਣੀਆਂ ਮਾਵਾਂ ਤੇ 18 17 ਸਾਲ ਦੀਆਂ ਧੀਆਂ ਬਿਨਾਂ ਇਹਦੇ ਤੋਂ ਇਹਦੇ ਤੋਂ ਕੀ ਛੱਤ ਤੋਂ ਬਿਨਾਂ, ਉੱਥੇ ਤੁਸੀਂ ਲੈਟਰੀਨ ਬਿਲਡਿੰਗ ਤੋਂ ਬਿਨਾਂ, ਉਹ ਤੈਨੂੰ ਉਹ ਨਹੀਂ ਦੱਸਦੀਆਂ? ਤੂੰ ਉੱਥੇ ਵੋਟਾਂ, ਹੁਣ ਵੋਟਾਂ ਮੰਗੀ ਜਾਣਾ, ਪਤਾ ਨਹੀਂ ਕਣਕ ਖੇਤ ਤੇ ਕੁੜੀ ਪੇਟ ਹਲ, ਇਹ ਕੰਮ ਹੈ ਤੇਰਾ? ਚਲੋ ਮੁੱਕ ਗਈ ਗੱਲ। ਜਦੋਂ ਤੁਹਾਨੂੰ ਮੈਂ ਕਹਦਾ ਉਹ ਜਦੋਂ ਬੋਲਦੇ ਵੋਟਾਂ ਦੇ ਉੱਤੇ ਅੱਖ ਹੁੰਦੀ ਜਿਵੇਂ ਕੈਰਲੀ ਦੀ ਭਮੱਕੜ ਤੇ, ਬਸ ਐ। ਤੇ ਤੋਮਰ ਸਾਹਿਬ ਜਿਹੜਾ ਕਹਿੰਦੇ ਕਿ ਕਿਸਾਨ ਉੱਥੇ ਬੰਗਾਲ 'ਚ ਜਾ ਕੇ ਪੱਥਰਾਂ ਨਾਲ ਮੱਥਾ ਮਾਰ ਰਹੇ ਆ, ਕੋਈ ਫਾਇਦਾ ਨਹੀਂ, ਆਪਣਾ ਮਸਲਾ ਤੇ ਇਹਨਾਂ ਦੇ ਕੋਲ ਹੱਲ ਨਹੀਂ ਹੁੰਦਾ? ਨਹੀਂ, ਆਪਣਾ ਮੱਥਾ ਤਾਂ ਜਦੋਂ ਫਾਂਸੀ ਚੜ੍ਹਨ ਲੱਗਿਆ ਸੀ ਕਰਤਾਰ ਸਿੰਘ ਸਰਾਭਾ, ਉਹਨੂੰ ਵੀ ਕਿਹਾ ਸੀ ਤੇਰੀ ਜਵਾਨੀ ਜਾਂਦੀ ਹੈ, ਤੂੰ ਕੀ ਕਰਨਾ? ਉਹ ਕਹਿੰਦੇ ਜਵਾਨੀ ਮੇਰੀ ਹੈ, ਤੈਂ ਕੀ ਲੈਣਾ? ਮੈਂ ਤਾਂ ਆਜ਼ਾਦੀ ਲਈ ਦੇ ਰਿਹਾ। ਕਿਸਾਨ ਲੜ ਰਹੇ ਆ ਮੁਕਤੀ ਦਾਤਾ ਬਣ ਕੇ, ਮੁਕਤੀ ਦਾਤਾ ਜੀ। ਬਹੁਤ ਬਹੁਤ ਸ਼ੁਕਰੀਆ। ਕਿਸਾਨ ਲੜ ਰਿਹਾ ਮੁਕਤੀ ਦਾਤਾ ਬਣ ਕੇ, ਇਹ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦਾ ਕਹਿਣਾ ਆ। ਔਰ ਬੜੇ ਕਹਿ ਸਕਦੇ ਹਾਂ ਕਿ ਬੇਬਾਕ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਹੋ ਸਕਦਾ ਹੈ ਕਿ 99% ਜਿਹੜਾ ਉਹ ਚੋਣ ਨਾ ਲੜੀ ਜਾਵੇ, ਪਰ ਜਿਹੜਾ 1% ਆ ਗੱਲ ਸਾਰੀ ਉੱਥੇ ਜਾ ਕੇ ਫਸ ਜਾਂਦੀ ਹੈ। ਪਰ ਦੇਖਣਾ ਇਹ ਹੋਏਗਾ ਕਿ ਇਹ ਉਹ ਥਾਂ ਆ
ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦਗਾਰ, ਜਿੱਥੇ ਪਤਾ ਨਹੀਂ ਕਿੰਨੇ ਕੁ ਸਿਆਸਤਦਾਨ, ਕਿੰਨੇ ਕੁ ਲੋਕ ਆਏ, ਇਸ ਜ਼ਮੀਨ ਦੀ ਮਿੱਟੀ ਹੱਥਾਂ 'ਚ ਲੈ ਕੇ ਸੌਹਾਂ ਖਾਧੀਆਂ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਉਸ ਤੋਂ ਬਾਅਦ ਉਹਨਾਂ ਸੌਹਾਂ ਨੂੰ ਤੋੜ ਕਿੰਨਾ ਕੁ ਚੜਾਇਆ, ਇਹ ਦੱਸਣ ਦੀ ਲੋੜ ਨਹੀਂ ਆ। ਹਕੀਕਤ ਲੋਕ ਖੁਦ ਜਾਣਦੇ ਨੇ। ਹੁਣ ਇਹ ਜਿਹੜੀ ਮਿੱਟੀ ਦੀ ਪੋਟਲੀ ਲੈ ਕੇ ਜਾ ਰਹੇ ਨੇ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਇਸ ਪਾਕ ਸਰਜ਼ਮੀਨ ਤੋਂ, ਇਹਦੀ ਇੱਜ਼ਤ ਆਬਰੂ ਕਿੰਨਾ ਕੁ ਰੱਖਦੇ ਆ, ਇਹਨੂੰ ਹੱਥਾਂ 'ਚ ਲੈ ਕੇ ਜਿਹੜੀਆਂ ਸੌਹਾਂ ਚੁੱਕੀਆਂ ਜਾ ਰਹੀਆਂ ਨੇ ਉਹਨਾਂ ਸੌਹਾਂ ਨੂੰ ਕਿੰਨਾ ਕੁ ਪਗਾਉਂਦੇ ਨੇ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਇੱਕ ਗੱਲ ਲਾਜ਼ਮੀ ਤੌਰ ਤੇ ਕਹੀ ਜਾ ਸਕਦੀ ਹੈ, 23 ਮਾਰਚ ਆ ਰਿਹਾ, ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ। ਹੁਣ ਬਹੁਤ ਸਾਰੇ ਲੋਕਾਂ ਨੂੰ ਭਗਤ ਸਿੰਘ ਹੋਰਾਂ ਦੀ ਯਾਦ ਆਉਣੀ ਆ, ਇਸ ਥਾਂ ਤੇ ਆਣ ਕੇ ਨਤਮਸਤਕ ਹੋਣਗੇ, ਪਰ ਅਸਲ ਦੇ ਵਿੱਚ ਉਹਨਾਂ ਦੇ ਸੁਪਨਿਆਂ ਦੇ ਭਾਰਤ ਨੂੰ ਬਣਾਉਣ ਦੇ ਲਈ ਇਹਨਾਂ ਲੋਕਾਂ ਨੇ ਕੋਸ਼ਿਸ਼ ਕਿੰਨੀ ਕੁ ਕੀਤੀ ਹੈ, ਇਹ ਆਪ ਜਾਣਦੇ ਨੇ। ਕਿੱਥੇ ਕੁਰਸੀ ਦੀ ਭੁੱਖ ਸੀ ਤੇ ਕਿੱਥੇ ਲੋਕਾਂ ਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਖਟਕੜ ਕਲਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।